मैं पढ़ दूं ना पास्टर जी। थैंक यू विराज। ਇਹ ਹੈਗਾ ਪੇਜ 858 ਦੁਸ਼ਟਾਂ ਅਤੇ ਭਲਿਆਂ ਦਾ ਅੰਤ। ਬੁਰਿਆਂ ਦੇ ਕਾਰਨ ਦੁਖੀ ਨਾ ਹੋ, ਨਾ ਹੀ ਕੁਕਰਮੀਆਂ ਕਾਰਨ ਸੜ। ਉਹ ਘਾਹ ਦੀ ਤਰ੍ਹਾਂ ਛੇਤੀ ਸੁੱਕ ਜਾਣਗੇ ਅਤੇ ਹਰੇ ਪੱਤਿਆਂ ਵਾਂਗ ਕੁਮਲਾ ਜਾਣਗੇ। ਪ੍ਰਭੂ ਤੇ ਭਰੋਸਾ ਰੱਖੋ ਅਤੇ ਭਲੇ ਕੰਮ ਕਰੋ। ਧਰਤੀ ਤੇ ਵਸੋ ਅਤੇ ਸੱਚਾਈ ਦੀ ਪਾਲਣਾ ਕਰੋ। ਤੁਸੀਂ ਪ੍ਰਭੂ ਦੀ ਸੰਗਤ ਵਿੱਚ ਆਨੰਦ ਮਨਾਵੋ ਤਾਂ ਉਹ ਤੁਹਾਡੇ ਦਿਲ ਦੀ ਇੱਛਾ ਪੂਰੀ ਕਰੇਗਾ। ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿਓ, ਉਸ ਤੇ ਭਰੋਸਾ ਰੱਖੋ ਤਾਂ ਉਹ ਤੁਹਾਡੀ ਮਦਦ ਕਰੇਗਾ। ਉਹ ਤੇਰੇ ਸੱਚਾਈ ਨੂੰ ਚਾਨਣ ਵਾਂਗ ਅਤੇ ਤੇਰੇ ਨਿਆਂ ਨੂੰ ਦਿਨ ਦੀ ਲੋ ਵਾਂਗ ਚਮਕਾਏਗਾ। ਪ੍ਰਭੂ ਦੇ ਸਾਹਮਣੇ ਚੁੱਪ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ। ਜੋ ਮਨੁੱਖ ਬੁਰੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਉਹ ਸਫਲ ਹੁੰਦਾ ਹੈ, ਉਸ ਦੇ ਕਾਰਨ ਤੁਸੀਂ ਨਾ ਕੁੜੋ। ਨਾ ਕ੍ਰੋਧਿਤ ਹੋਵੋ ਅਤੇ ਨਾ ਹੀ ਗੁੱਸੇ, ਨਾ ਹੀ ਕੁੜੋ, ਕਿਉਂਕਿ ਇਹ ਸਭ ਬੁਰਾਈ ਵੱਲ ਲੈ ਜਾਂਦੇ ਹਨ। ਦੁਸ਼ਟ ਨਾਸ਼ ਕੀਤੇ ਜਾਣਗੇ, ਪਰ ਪ੍ਰਭੂ ਦੇ ਪ੍ਰੇਮੀ ਧਰਤੀ ਦੇ ਵਾਰਿਸ ਹੋਣਗੇ। ਦੁਸ਼ਟ ਲੋਕ ਥੋੜ੍ਹੇ ਸਮੇਂ ਵਿੱਚ ਖਤਮ ਹੋ ਜਾਣਗੇ। ਤੁਸੀਂ ਉਸ ਤੇ ਰਹਿਣ ਦੀ ਥਾਂ ਨੂੰ ਧਿਆਨ ਨਾਲ ਦੇਖੋਗੇ, ਪਰ ਉਹ ਤੁਹਾਨੂੰ ਉੱਥੇ ਨਹੀਂ ਮਿਲੇਗਾ। ਦੀਨ ਲੋਕ ਧਰਤੀ ਦੇ ਵਾਰਿਸ ਹੋਣਗੇ ਅਤੇ ਉਹ ਬਹੁਤਾ ਸੁੱਖ ਮਾਣਨਗੇ। ਦੁਸ਼ਟ ਮਨੁੱਖ ਭਲੇ ਦੇ ਵਿਰੁੱਧ ਮਤਾ ਪਕਾਉਂਦਾ ਹੈ ਅਤੇ ਉਹ ਉਸ ਉੱਤੇ ਦੰਦ ਪੀਂਦਾ ਹੈ, ਪਰ ਪ੍ਰਭੂ ਦੁਸ਼ਟਾਂ ਉੱਤੇ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਦਿਨ ਥੋੜ੍ਹੇ ਹਨ। ਗਰੀਬਾਂ ਅਤੇ ਲੋੜਵੰਦਾਂ ਨੂੰ ਨਾਸ਼ ਕਰਨ ਅਤੇ ਭਲਿਆਂ ਨੂੰ ਕਤਲ ਕਰਨ ਦੇ ਲਈ ਦੁਸ਼ਟਾਂ ਨੇ ਤਲਵਾਰਾਂ ਕੱਢੀਆਂ ਅਤੇ ਤੀਰ ਕਮਾਨ ਖਿੱਚੇ ਹੋਏ ਸਨ, ਪਰ ਉਹ ਆਪ ਆਪਣੀਆਂ ਹੀ ਤਲਵਾਰਾਂ ਨਾਲ ਮਾਰੇ ਜਾਣਗੇ ਅਤੇ ਉਹਨਾਂ ਦੇ ਤੀਰ ਕਮਾਨ ਟੁੱਟ ਜਾਣਗੇ। ਦੁਸ਼ਟਾਂ ਦੇ ਬਹੁਤੇ ਮਾਲ ਨਾਲੋਂ ਭਲਿਆਂ ਦਾ ਥੋੜ੍ਹਾ ਹੀ ਚੰਗਾ ਹੈ। ਪ੍ਰਭੂ ਭਲਿਆਂ ਦਾ ਸਹਾਰਾ ਹੈ ਅਤੇ ਉਹ ਦੁਸ਼ਟਾਂ ਦੀਆਂ ਬਾਹਾਂ ਤੋੜ ਦੇਵੇਗਾ। ਸ਼ੁੱਧ ਮਨਾਂ ਵਾਲਿਆਂ ਦਾ ਹਰ ਦਿਨ ਪ੍ਰਭੂ ਧਿਆਨ ਰੱਖਦਾ ਹੈ। ਉਹ ਆਪਣੇ ਵਿਰਸੇ ਦੇ ਹਮੇਸ਼ਾ ਅਧਿਕਾਰੀ ਹੋਣਗੇ। ਉਹ ਬੁਰੇ ਸਮੇਂ ਦੇ ਵਿੱਚ ਹੀ ਸ਼ਰਮਿੰਦੇ ਨਹੀਂ ਹੋਣਗੇ ਅਤੇ ਅਕਾਲ ਦੇ ਦਿਨਾਂ ਵਿੱਚ ਵੀ ਉਹ ਪੇਟ ਭਰ ਕੇ ਖਾਣਗੇ। ਦੁਸ਼ਟ ਨਾਸ਼ ਹੋ ਜਾਣਗੇ। ਪ੍ਰਭੂ ਦੇ ਵੈਰੀਆਂ ਦੀ ਸ਼ਾਨ ਥੋੜ੍ਹੇ ਚਿਰ ਤੱਕ ਹੀ ਰਹਿਣ ਵਾਲੀ ਹੈ। ਉਹ ਧੂਏਂ ਦੀ ਤਰ੍ਹਾਂ ਲੁਪਤ ਹੋ ਜਾਣਗੇ। ਦੁਸ਼ਟ ਉਧਾਰ ਲੈਂਦਾ ਹੈ ਪਰ ਵਾਪਸ ਨਹੀਂ ਦਿੰਦਾ, ਪਰ ਭਲਾ ਆਦਮੀ ਖੁੱਲ੍ਹ ਦਿਲੀ ਨਾਲ ਦਿੰਦਾ ਹੈ। ਪ੍ਰਭੂ ਦੇ ਅਸੀਸਤ ਲੋਕ ਧਰਤੀ ਤੇ ਅਧਿਕਾਰੀ ਹੋਣਗੇ ਅਤੇ ਉਸ ਦੇ ਸਰਾਪਤ ਲੋਕ ਨਾਸ਼ ਹੋ ਜਾਣਗੇ। ਉਹ ਭਲੇ ਮਨੁੱਖ ਦਾ ਚੱਲਣਾ ਪ੍ਰਭੂ ਸਥਿਰ ਕਰਦਾ ਹੈ। ਪ੍ਰਭੂ ਉਸ ਦੇ ਰਾਹਾਂ ਤੋਂ ਖੁਸ਼ ਹੁੰਦਾ ਹੈ। ਉਹ ਬੇਸ਼ੱਕ ਡਿੱਗ ਵੀ ਕਿਉਂ ਨਾ ਜਾਵੇ, ਪਰ ਉਹ ਹਮੇਸ਼ਾ ਡਿੱਗਿਆ ਨਾ ਰਹੇਗਾ। ਇਹ ਲੰਮੀ ਉਮਰ ਭੋਗੀ ਹੈ, ਪਰ ਮੈਂ ਭਲੇ ਮਨੁੱਖ ਨੂੰ ਪ੍ਰਭੂ ਦੁਆਰਾ ਨਾ ਤਿਆਗਿਆ ਅਤੇ ਨਾ ਹੀ ਉਸ ਦੀ ਸੰਤਾਨ ਨੂੰ ਮੰਗਦੇ ਦੇਖਿਆ ਹੈ। ਉਹ ਹਰ ਸਮੇਂ ਖੁੱਲ੍ਹ ਦਿਲੀ ਨਾਲ ਉਧਾਰ ਦਿੰਦਾ ਹੈ। ਉਸ ਦੀ ਸੰਤਾਨ ਅਸੀਸ ਦਾ ਕਾਰਨ ਬਣਦੀ ਹੈ। ਬੁਰਾਈ ਤੋਂ ਦੂਰ ਰਹੋ ਅਤੇ ਭਲਾਈ ਕਰੋ, ਤਾਂ ਤੁਸੀਂ ਹਮੇਸ਼ਾ ਤੱਕ ਵਸੇ ਰਹੋਗੇ। ਪ੍ਰਭੂ ਨਿਆਂ ਨਾਲ ਪਿਆਰ ਕਰਦਾ ਹੈ। ਉਹ ਆਪਣੇ ਭਗਤਾਂ ਨੂੰ ਨਹੀਂ ਛੱਡੇਗਾ। ਭਲਾ ਮਨੁੱਖ ਹਮੇਸ਼ਾ ਸੁਰੱਖਿਅਤ ਹੈ, ਪਰ ਦੁਸ਼ਟ ਦੀ ਸੰਤਾਨ ਨਾਸ਼ ਹੋ ਜਾਵੇਗੀ। ਭਲੇ ਲੋਕ ਧਰਤੀ ਦੇ ਵਾਰਿਸ ਹੋਣਗੇ ਅਤੇ ਸਦਾ ਉਸ ਉੱਤੇ ਵਸਣਗੇ। ਭਲਾ ਮਨੁੱਖ ਗਿਆਨ ਭਰੀਆਂ ਗੱਲਾਂ ਕਰਦਾ ਹੈ ਅਤੇ ਉਹ ਨਿਆਂ ਦੇ ਬਾਰੇ ਬੋਲਦਾ ਹੈ। ਪਰਮੇਸ਼ਵਰ ਦੀ ਵਿਵਸਥਾ ਉਸ ਦੇ ਮਨ ਵਿੱਚ ਹੈ। ਉਸ ਦਾ ਪੈਰ ਕਦੀ ਵੀ ਨਹੀਂ ਤਿਲਕੇਗਾ। ਦੁਸ਼ਟ ਭਲੇ ਮਨੁੱਖ ਦੀ ਖੋਜ ਵਿੱਚ ਰਹਿੰਦਾ ਹੈ ਕਿ ਉਸ ਨੂੰ ਜਾਨੋਂ ਮਾਰ ਦੇਵੇ, ਪਰ ਪ੍ਰਭੂ ਭਲੇ ਮਨੁੱਖ ਨੂੰ ਉਸ ਦੇ ਹੱਥੀਂ ਨਹੀਂ ਸੌਂਪੇਗਾ ਅਤੇ ਨਾ ਹੀ ਨਿਆਂ ਸਮੇਂ ਉਸ ਨੂੰ ਦੋਸ਼ੀ ਠਹਿਰਾਏਗਾ। ਪ੍ਰਭੂ ਦੀ ਉਡੀਕ ਕਰੋ, ਉਸ ਦੇ ਰਾਹ ਤੇ ਚੱਲਦੇ ਰਹੋ। ਉਹ ਤੁਹਾਨੂੰ ਉੱਨਤ ਕਰੇਗਾ ਅਤੇ ਤੁਸੀਂ ਉਸ ਧਰਤੀ ਦੇ ਅਧਿਕਾਰੀ ਬਣੋਗੇ। ਤੁਸੀਂ ਦੁਸ਼ਟਾਂ ਦਾ ਨਾਸ਼ ਦੇਖੋਗੇ। ਮੈਂ ਦੁਸ਼ਟ ਨੂੰ ਵੱਡੀ ਸ਼ਾਨ ਵਿੱਚ ਦੇਖਿਆ ਹੈ। ਮੈਂ ਉਸ ਨੂੰ ਉਪਜਾਊ ਧਰਤੀ ਵਿੱਚ ਲੱਗੇ ਹਰੇ ਪੱਤਿਆਂ ਵਾਲੇ ਰੁੱਖਾਂ ਵਾਂਗ ਵੱਧਦੇ ਫੁੱਲਦੇ ਦੇਖਿਆ ਹੈ, ਪਰ ਜਦੋਂ ਮੈਂ ਉਸ ਨੂੰ ਦੁਬਾਰਾ ਦੇਖਿਆ ਤੇ ਲੱਭਿਆ ਤਾਂ ਉਹ ਖਤਮ ਹੋ ਚੁੱਕਾ ਸੀ। ਨਿਹਕਲੰਕ ਅਤੇ ਸੱਚੇ ਮਨੁੱਖ ਤੇ ਧਿਆਨ ਦੇਵੋ। ਸ਼ਾਂਤੀ ਪਸੰਦ ਮਨੁੱਖ ਦੀ ਸੰਤਾਨ ਅੱਗੇ ਵਧਦੀ ਹੈ, ਪਰ ਅਪਰਾਧੀ ਪੂਰਨ ਤੌਰ ਤੇ ਨਾਸ਼ ਕੀਤੇ ਜਾਣਗੇ ਅਤੇ ਦੁਸ਼ਟ ਦੀ ਸੰਤਾਨ ਅੱਗੇ ਨਹੀਂ ਵਧੇਗੀ। ਪ੍ਰਭੂ ਧਰਮੀ ਮਨੁੱਖਾਂ ਦੀ ਮੁਕਤੀ ਹੈ। ਉਹ ਸੰਕਟ ਸਮੇਂ ਉਹਨਾਂ ਦਾ ਸੁਰੱਖਿਅਤ ਕਿਲ੍ਹਾ ਹੈ। ਉਹ ਉਹਨਾਂ ਦੀ ਮਦਦ ਕਰਦਾ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਉਹ ਉਹਨਾਂ ਨੂੰ ਦੁਸ਼ਟ ਦੇ ਹੱਥੋਂ ਛੁਟਕਾਰਾ ਦਿੰਦਾ ਅਤੇ ਬਚਾਉਂਦਾ ਹੈ, ਕਿਉਂਕਿ ਉਹ ਉਸ ਦੀ ਸ਼ਰਨ ਵਿੱਚ ਆਏ ਹਨ। ਆਮੇਨ। ਕੀਵਰਸ ਜਿਹੜੀ ਇੱਥੇ ਹੈਗੀ ਆ ਉਹ ਸਾਨੂੰ ਮਿਲਦੀ ਆ। ਅਸੀਂ ਕਿਉਂ ਇਸ ਨੂੰ ਦਾਊਦ ਦਾ ਜ਼ਬੂਰ ਕਹਿੰਦੇ ਆ, ਉਸਦਾ ਇੱਕ ਕਾਰਨ ਆ। ਜਿਹੜੀ ਕੀਵਰਸ ਆ ਇਸਦੀ ਉਹ 25ਵੀਂ। ਦਾਊਦ ਆਪਣੀ ਸਾਰੀ ਉਮਰ ਦਾ ਜਿਹੜਾ ਹਿਸਾਬ ਕਿਤਾਬ ਆਪਣੀ ਮੌਤ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਦੱਸਦਾ ਪਿਆ, ਔਰ ਜੋ ਉਸਦੇ ਆਲੇ ਦੁਆਲੇ ਜਿਹੜਾ ਲੋਕਾਂ ਦਾ ਘੇਰਾ ਆ ਉਹਨਾਂ ਨੂੰ
ਦੱਸਦਾ ਪਿਆ। ਔਰ ਇਸ ਵਿੱਚ ਕਿ ਮੈਂ ਲੰਬੀ ਉਮਰ ਭੋਗੀ ਹੈ, 70 ਸਾਲ ਦਾ ਦਾਊਦ ਹੋ ਚੁੱਕਾ, ਮੈਂ ਲੰਬੀ ਉਮਰ ਭੋਗੀ ਹੈ, ਔਰ 70 ਸਾਲ ਦੀ ਉਮਰ ਦੇ ਵਿੱਚ ਇਹ ਕਹਿ ਰਿਹਾ ਕਿ ਮੈਂ ਭਲੇ ਮਨੁੱਖ ਨੂੰ ਪ੍ਰਭੂ ਦੁਆਰਾ ਨਾ ਤਿਆਗਿਆ ਅਤੇ ਨਾ ਹੀ ਉਸਦੀ ਸੰਤਾਨ ਨੂੰ ਮੰਗਦੇ। ਔਰ ਪ੍ਰਭੂ ਦਾ ਇਸ ਦੇ ਲਈ ਸਾਨੂੰ ਸ਼ੁਕਰ ਕਰਨਾ ਚਾਹੀਦਾ। ਪ੍ਰਭੂ ਭਲਾ ਆ, ਭਲਾ ਆ। ਅਸੀਂ ਤਾਂ ਉਹਨੂੰ ਸਜ਼ਾ ਦਿੰਦਿਆਂ ਪ੍ਰਕਾਸ਼ ਦੀ ਪੋਥੀ ਵਿੱਚ ਵੀ ਨਹੀਂ ਦੇਖਣਾ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਸਾਡਾ ਪਾਪ ਹੀ ਸਾਨੂੰ ਸਜ਼ਾ ਦੇ ਰਿਹਾ। ਇਹ ਧਰਤੀ ਸਾਨੂੰ ਸਜ਼ਾ ਦੇ ਰਹੀ ਹੈ ਕਿਉਂਕਿ ਸਰਾਫੀ ਗਈ ਆ। ਧਰਤੀ ਆਪਣਾ ਗੁੱਸਾ ਕੱਢਦੀ ਪਈ ਆ, ਅਸਮਾਨ ਆਪਣਾ ਗੁੱਸਾ ਕੱਢਦਾ ਪਿਆ। ਪ੍ਰਭੂ ਨੂੰ ਨਹੀਂ ਅਸੀਂ ਦੇਖਦੇ ਪਏ। ਅੰਤ ਦੇ ਵਿੱਚ ਜਿਸ ਲਈ ਅਸੀਂ ਉਸ ਨੂੰ ਦੇਖਦੇ ਹਾਂ ਤੇ ਅੰਤ ਦੇ ਵਿੱਚ ਉਹ ਉਹਨਾਂ ਦੀ ਮੌਤ ਨੂੰ ਵੀ ਮੌਤ ਦੇ ਰਿਹਾ ਜਿਨ੍ਹਾਂ ਨੂੰ ਮੌਤ ਕਦੀ ਨਹੀਂ। ਔਰ ਉੱਥੇ ਵੀ ਅਸੀਂ ਇੱਕ ਸ਼ਾਂਤੀ ਦੇਖਦੇ ਪਏ। He's a compassionate God. He's a loving God. ਸੋ ਉਸਨੂੰ ਇਹ ਸਮਝਾ ਰਿਹਾ ਕਿ ਤੇਰੇ ਆਲੇ ਦੁਆਲੇ ਇਹ ਲੋਕ ਬਹੁਤ ਆ ਔਰ ਬਹੁਤਿਆਂ ਨੇ ਉੱਠਣਾ, ਕਿਉਂਕਿ ਤੈਨੂੰ ਮੈਂ ਕੋਈ ਜੰਗਜੂ ਬਣਾ ਕੇ ਨਹੀਂ ਤਿਆਰ ਕੀਤਾ ਹੈ। ਆਪਣੇ ਪੁੱਤਰ ਨੂੰ ਦੱਸਦਾ ਪਿਆ, ਮੈਂ ਤੈਨੂੰ ਤੇਰੇ ਕੰਮ ਲਈ ਤਿਆਰ ਕੀਤਾ। ਤੇਰਾ ਕੰਮ ਇਹ ਆ ਕਿ ਤੂੰ ਮੰਦਿਰ ਪ੍ਰਭੂ ਦੇ ਲਈ ਬਣਾਓ। ਔਰ 4 ਇੱਟਾਂ ਲਾ ਕੇ ਮੰਦਿਰ ਨਹੀਂ ਬਣਾਉਣਾ। ਮੰਦਿਰ ਐਸਾ ਹੋਣਾ ਚਾਹੀਦਾ ਕਿ ਦੁਨੀਆ ਦੇਖਣ ਆਏ। ਜਿਉਂਦੇ ਪ੍ਰਭੂ, ਜਿਉਂਦਾ ਪ੍ਰਭੂ ਜਦ ਆਪਣੇ ਪੈਰ ਨੂੰ ਧਰਤੀ ਦੇ ਉੱਤੇ ਰੱਖਦਾ, ਆਪਣੇ ਪੈਰ ਨੂੰ ਸ਼ਾਂਤੀ ਦਿੰਦਾ, ਤੇ ਉਸਦੇ ਪੈਰ ਦਾ ਜਿਹੜਾ ਸਟੂਲ ਆ, ਜਿਹੜਾ ਉਸਦਾ ਫੁੱਟ ਸਟੂਲ ਆ, ਜਿਹੜਾ ਉਸਦੇ ਪੈਰ ਦਾ ਉਹ ਜਗ੍ਹਾ ਆ, ਉਹ ਕਿੱਦਾਂ ਦੀ ਹੋਣੀ ਚਾਹੀਦੀ। That is what the temple is. ਕਿਉਂਕਿ ਧਰਤੀ ਸਾਰੀ ਉਹਦੇ ਪੈਰ ਦਾ ਉਹ ਫੁੱਟ ਸਟੂਲ ਆ। ਤੇ ਉਸਨੇ ਕਿਹਾ ਠੀਕ ਆ, ਜੇ ਫੁੱਟ ਸਟੂਲ ਆ ਤੇ ਮੈਂ ਤੇਰੇ ਲਈ ਫੁੱਟ ਸਟੂਲ ਬਣਾਉਣਾ ਚਾਹੁੰਦਾ। ਔਰ ਜੋ ਤੂੰ ਸਾਨੂੰ ਆਰਕ ਆਫ ਕਵਨੈਂਟ ਦਿੱਤੀ ਆ, ਜੋ ਤੂੰ ਤੇਰੀ ਹੱਥਾਂ ਦੀ ਜਿਹੜੀ ਲਿਖਤ ਆ ਸਾਡੇ ਕੋਲ, ਉਹ ਤੰਬੂਆਂ 'ਚ ਰੁਲਦੀ ਫਿਰਦੀ। ਬਹੁਤਿਆਂ ਨੇ ਕਿਹਾ ਪ੍ਰਭੂ ਆ ਕਹਿੰਦਾ ਤੇ ਉਹ ਕਹਿੰਦਾ ਤੇ ਆ ਕਹਿੰਦਾ, ਪਰਮੇਸ਼ਵਰ ਏਦਾਂ ਕਹਿੰਦਾ। ਔਰ ਕਈਆਂ ਕੋਲ ਤਾਂ ਇਹ ਵੀ ਹੈ ਨਹੀਂ ਗਾ ਪ੍ਰਭੂ ਕਹਿੰਦਾ ਕੀ ਆ, ਉਹ ਆਪ ਹੀ ਪ੍ਰਭੂ ਦੀਆਂ ਗੱਲਾਂ ਕਰੀ ਔਰ ਉਹਨਾਂ ਨੂੰ ਗ੍ਰੰਥ ਕਹਿੰਦੇ। ਪ੍ਰਭੂ ਬੋਲਦਾ ਨਹੀਂ ਉੱਥੇ, ਉਹ ਥੱਲਿਓਂ ਬੋਲੀ ਜਾਂਦੇ। ਔਰ ਜਿਸ ਲਈ ਤੁਸੀਂ ਧਿਆਨ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਤੁਹਾਨੂੰ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਇਧਰੋਂ ਉਧਰੋਂ ਲੈ ਕੇ ਉਹ ਗੱਲਾਂ ਕੀਤੀਆਂ। There is no originality. ਔਰ ਜਿਹੜੀਆਂ ਉਹਨਾਂ ਨੇ ਲਿਖਤਾਂ ਲਿਖੀਆਂ ਆ ਉਹ ਇਨਸਾਨ ਦੇ ਹੱਥਾਂ ਨਾਲ ਲਿਖੀਆਂ। ਪਰ ਇੱਕ ਲਿਖਤ ਜਿਸ ਨੇ ਸਵਰਗ ਤੇ ਧਰਤੀ ਬਣਾਏ, ਉਹ ਉਸਨੇ ਆਪਣੇ ਬੱਚਿਆਂ ਨੂੰ ਦਿੱਤੀ। ਔਰ ਉਸ ਦੀਆਂ 10 ਲਾਈਨਾਂ ਔਰ ਉਸ ਦੀ ਉਂਗਲ ਦੇ ਨਾਲ ਲਿਖਿਆ ਗਿਆ। ਔਰ ਉਸਨੇ ਕਿਹਾ ਇੱਕ ਐਸੀ ਚੀਜ਼ ਜਿਹੜੀ ਐਨੀ ਬਹੁਮੁੱਲੀ ਆ, ਉਹ ਤੰਬੂਆਂ 'ਚ ਰੁਲਦੀ ਫਿਰਦੀ। ਠੀਕ ਆ, ਧਰਤੀ ਤੇਰਾ ਪੈਰ ਦਾ ਸਟੂਲ, ਧਰਤੀ ਇੱਕ ਐਸੀ ਜਗ੍ਹਾ ਜਿੱਥੇ ਤੂੰ ਆਪਣਾ ਪੈਰ ਰੱਖਦਾ।
तब ठीक है, मैं तेरे लिए एक फुटस्टूल ऐसा बनाना मांगदा जिन्होंने दुनिया देखे। सो उसनों पता सुलेमान ने ये काम करना, तो उसने क्या तेनों इन्हां लोकां दी परवाह करन दी लोड़ नहीं। जद वो समा आए तो तू उन्हां नूं इस तरह वड्ढना जिद्दां फसल वड्ढी जाती, जिद्दां फसल दे विचों घाह पुੱਟ के सुੱਟਿਆ ਜਾਂਦਾ। उस वेले अपने दिल दे विच कोई ममता, कोई डर और कोई चीज ना रखी। सो हुण वो समा आ गया, वो समा आ गया जिथे असीं पहुंच चुके हैं। असीं हुण उस समय नूं पढ़न जा रहे हैं। सो आओ मेरे नाल पहला राजा दूसरा भाग उसदी 13 आयत तो लैके तो सब तो पहला असीं देखांगे 25 आयत, जिस नूं मिल जाए उस नूं पढ़। मैं पढ़ने पास जी मेरी भैन। दाऊद दी मौत। तद दाऊद मर गया ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫਨਾ ਦਿੱਤਾ ਗਿਆ। ਉਸਨੇ ਇਜ਼ਰਾਈਲ ਉੱਤੇ 40 ਸਾਲਾਂ ਤੱਕ ਰਾਜ ਕੀਤਾ। 7 ਸਾਲ ਹਬਰੋਨ ਵਿੱਚ ਰਹਿ ਕੇ ਤੇ 33 ਸਾਲ ਯਰੂਸ਼ਲਮ ਵਿੱਚ। ਦਾਊਦ ਦੇ ਪਿੱਛੋਂ ਉਸਦਾ ਪੁੱਤਰ ਸੁਲੇਮਾਨ ਆਪਣੀ ਪਿਤਾ ਦੀ ਗੱਦੀ ਉੱਤੇ ਬੈਠਾ ਅਤੇ ਉਸ ਸਮੇਂ ਤੱਕ ਉਸਦਾ ਰਾਜ ਪੂਰੀ ਤਰ੍ਹਾਂ ਨਾਲ ਕਾਇਮ ਹੋ ਚੁੱਕਾ ਸੀ। ਅਦੋਨੀਆ ਦੀ ਮੌਤ। ਤਦ ਅਦੋਨੀਆ, ਜਿਸ ਦੀ ਮਾਂ ਦਾ ਨਾਂ ਹਗੀਬ ਸੀ, ਰਾਜਾ ਸੁਲੇਮਾਨ ਦੀ ਮਾਤਾ ਬਤਸ਼ਬਾ ਕੋਲ ਆਇਆ। ਬਾਦਸ਼ਾਹ ਨੇ ਅਦੋਨੀਆ ਤੋਂ ਪੁੱਛਿਆ ਕਿ ਤੂੰ ਮਿੱਤਰ ਬਣ ਕੇ ਆਇਆ ਹੈ? ਅਦੋਨੀਆ ਨੇ ਉੱਤਰ ਦਿੱਤਾ, ਹਾਂ, ਮੈਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਇਆ ਹਾਂ। ਬਾਦਸ਼ਾਹ ਨੇ ਕਿਹਾ ਕਿ ਉਸਨੇ ਉੱਤਰ ਦਿੱਤਾ, ਤੁਸੀਂ ਜਾਣਦੇ ਹੋ ਕਿ ਰਾਜ ਅਧਿਕਾਰੀ ਮੈਂ ਸਾਂ ਅਤੇ ਸਭ ਇਜ਼ਰਾਈਲ ਨੇ ਇਹ ਸਵੀਕਾਰ ਵੀ ਕਰ ਲਿਆ ਸੀ, ਪਰ ਮੇਰਾ ਪਾਸਾ ਪਲਟ ਗਿਆ ਅਤੇ ਮੇਰੀ ਥਾਂ ਮੇਰਾ ਭਰਾ ਸੁਲੇਮਾਨ ਰਾਜਾ ਬਣਿਆ, ਕਿਉਂਕਿ ਪ੍ਰਭੂ ਦੀ ਇਹੋ ਇੱਛਾ ਸੀ। ਹੁਣ ਮੈਂ ਇੱਕ ਬੇਨਤੀ ਤੁਹਾਡੇ ਅੱਗੇ ਕਰਨਾ ਚਾਹੁੰਦਾ ਹਾਂ, ਤੁਸੀਂ ਉਸ ਤੋਂ ਇਨਕਾਰ ਨਾ ਕਰਨਾ। ਬਾਦਸ਼ਾਹ ਨੇ ਕਿਹਾ, ਤੂੰ ਕੀ ਚਾਹੁੰਦਾ ਹੈ ਕਹਿ। ਉਸਨੇ ਉੱਤਰ ਦਿੱਤਾ, ਤੁਸੀਂ ਮੇਰੇ ਵੱਲੋਂ ਰਾਜਾ ਸੁਲੇਮਾਨ ਨੂੰ ਕਹੋ ਕਿ ਉਹ ਮੈਨੂੰ ਸ਼ੂਨਮ ਨਿਵਾਸਣ ਅਬੀਸ਼ਗ ਨੂੰ ਮੇਰੀ ਪਤਨੀ ਹੋਣ ਦੇ ਲਈ ਦੇਵੇ। ਉਹ ਤੁਹਾਡਾ ਕਿਹਾ ਨਹੀਂ ਮੋੜੇਗਾ। ਬਾਦਸ਼ਾਹ ਨੇ ਉੱਤਰ ਦਿੱਤਾ, ਠੀਕ ਹੈ, ਮੈਂ ਤੇਰੇ ਵੱਲੋਂ ਰਾਜਾ ਨੂੰ ਕਹਾਂਗੀ। ਸੋ ਬਾਦਸ਼ਾਹ ਰਾਜਾ ਕੋਲ ਅਦੋਨੀਆ ਦੀ ਬੇਨਤੀ ਲੈ ਕੇ ਗਈ। ਰਾਜਾ ਆਪਣੀ ਮਾਂ ਦੇ ਸਵਾਗਤ ਲਈ ਉੱਠਿਆ ਤੇ ਉਸ ਨੂੰ ਪ੍ਰਣਾਮ ਕੀਤਾ। ਫਿਰ ਉਹ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਤੇ ਉਸਦੀ ਮਾਂ ਦੇ ਬੈਠਣ ਲਈ ਇੱਕ ਹੋਰ ਸਿੰਘਾਸਣ ਲਿਆ ਕੇ ਸੱਜੇ ਪਾਸੇ ਰੱਖਿਆ ਗਿਆ। ਤਦ ਬਾਦਸ਼ਾਹ ਨੇ ਕਿਹਾ, ਮੈਂ ਤੇਰੇ ਕੋਲ ਇੱਕ ਛੋਟੀ ਜਿਹੀ ਬੇਨਤੀ ਲੈ ਕੇ ਆਈ ਹਾਂ, ਤੂੰ ਮੇਰੀ ਗੱਲ ਦਾ ਇਨਕਾਰ ਨਾ ਕਰੀ। ਰਾਜਾ ਨੇ ਉੱਤਰ ਦਿੱਤਾ, ਮਾਂ ਜੀ ਕਹੋ, ਮੈਂ ਤੁਹਾਡਾ ਕਿਹਾ ਨਹੀਂ ਮੁੜਾਂਗਾ। ਉਸਨੇ ਕਿਹਾ, ਤੂੰ ਸ਼ੂਨਮ ਨਿਵਾਸਣ ਅਬੀਸ਼ਗ ਨੂੰ ਆਪਣੇ ਭਰਾ ਅਦੋਨੀਆ ਨੂੰ ਉਸਦੀ ਪਤਨੀ ਹੋਣ ਦੇ ਲਈ ਦੇ ਦੇ। ਰਾਜਾ ਸੁਲੇਮਾਨ ਨੇ ਉੱਤਰ ਦਿੱਤਾ, ਤੂੰ ਉਸ ਦੇ ਲਈ ਕੇਵਲ ਸ਼ੂਨਮ ਨਿਵਾਸਣ ਅਬੀਸ਼ਗ ਹੀ ਕਿਉਂ ਮੰਗੀ ਹੈ? ਤੂੰ ਉਸ ਦੇ ਲਈ ਰਾਜ ਕਿਉਂ ਨਹੀਂ ਮੰਗਿਆ? ਆਖਰਕਾਰ ਉਹ ਮੇਰਾ ਵੱਡਾ ਭਰਾ ਹੈ ਅਤੇ ਪੁਰੋਹਿਤ ਅਥਿਆਰ ਅਤੇ ਸਰੂਆ ਦਾ ਪੁੱਤਰ ਜੋਆਬ ਉਸਦੇ ਨਾਲ ਹਨ। ਤਦ ਸੁਲੇਮਾਨ ਨੇ ਪ੍ਰਭੂ ਦੇ ਨਾਂ ਤੋਂ ਇਹ ਸਹੁੰ ਚੁੱਕੀ, ਪਰਮੇਸ਼ਰ ਮੇਰਾ ਅਤ ਬੁਰਾ ਕਰੇ ਜੇਕਰ ਮੈਂ ਇਸ ਬੇਨਤੀ ਦੇ ਕਾਰਨ ਅਦੋਨੀਆ ਦਾ ਅੰਤ ਹੁੰਦਾ ਨਾ ਦੇਖਾਂ। ਪ੍ਰਭੂ ਨੇ ਆਪ ਮੇਰੀ ਰਾਜਗੱਦੀ ਨੂੰ ਪੱਕਿਆਂ ਕੀਤਾ ਹੈ। ਉਸਨੇ ਆਪਣੀ ਪ੍ਰਤਿੱਗਿਆ ਪੂਰੀ ਕੀਤੀ ਹੈ ਅਤੇ ਮੈਨੂੰ ਮੇਰੇ ਪਿਤਾ ਦਾਊਦ ਦੀ ਗੱਦੀ ਉੱਤੇ ਬਿਠਾਇਆ ਅਤੇ ਮੈਨੂੰ ਇੱਕ ਘਰ ਦਿੱਤਾ ਹੈ। ਉਸੇ ਜਿਉਂਦੇ ਪ੍ਰਭੂ ਦੀ ਸਹੁੰ, ਅਦੋਨੀਆ ਅੱਜ ਹੀ ਕਤਲ ਕੀਤਾ ਜਾਵੇਗਾ। ਸੋ ਰਾਜਾ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਿਆ ਨੂੰ ਹੁਕਮ ਦਿੱਤਾ ਕਿ ਉਸਨੇ ਜਾ ਕੇ ਅਦੋਨੀਆ ਨੂੰ ਕਤਲ ਕਰ ਦਿੱਤਾ। ਅਬੀਆਥਾਰ ਨੂੰ ਇੱਥੇ ਤਾਂ ਠੀਕ ਹੈ ਸੱਚ। ਅੱਛਾ, ਹੁਣ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਕੀ ਵੱਡੀ ਚੀਜ਼ ਹੈ, ਅਸੀਂ ਸਾਰਿਆਂ ਨੇ ਕਹਿਣਾ ਇਹ ਚ ਕੀ ਵੱਡੀ ਚੀਜ਼ ਹੈ ਜੀ, ਜੇ ਅਦੋਨੀਆ ਨੇ ਇੱਕ ਦਾਊਦ ਦੀ ਸੇਵਿਕਾ ਮੰਗ ਲਈ। What's wrong with that? ਉਹ ਭਰਾ ਆ, ਜੇ ਉਹਨੇ ਉਹ ਮੰਗ ਵੀ ਲਈ ਆ ਤੇ ਉਹਦੇ ਚ ਮੁਸੀਬਤ ਕੀ? ਮੁਸੀਬਤ ਉਹਦੇ ਮੰਗਣ ਦਾ ਤਰੀਕਾ ਹੈ। ਔਰ ਮੁਸੀਬਤ ਜਿਹੜੀ ਹੈਗੀ ਆ ਉਹ ਸ਼ੁਰੂ ਕਿੱਥੋਂ ਕਰਨਾ ਮੰਗਦਾ?
ਉਸਨੇ ਇਹ ਦੇਖ ਲਿਆ ਕਿ ਜਿਹੜੀ ਪਹਿਲੀਆਂ ਚੀਜ਼ਾਂ ਉਸਨੇ ਕੀਤੀਆਂ ਉਹ ਬੇਫਲ ਰਹੀਆਂ ਔਰ ਉਸ ਨੂੰ ਮਾਫ ਕਰ ਦਿੱਤਾ ਗਿਆ। ਲੇਕਿਨ ਯੋਆਬ ਨੇ ਆਪਣਾ ਕੰਮ ਬੰਦ ਨਹੀਂ ਕੀਤਾ। ਯੋਆਬ ਨੂੰ ਯਰੂਸ਼ਲਮ ਦੇ ਵਿੱਚੋਂ ਕੱਢ ਦਿੱਤਾ ਗਿਆ, ਲੇਕਿਨ ਯੋਆਬ ਨੇ ਆਪਣਾ ਕੰਮ ਨਹੀਂ ਬੰਦ ਨਹੀਂ ਕੀਤਾ। ਸੋ ਉਸਨੇ ਉਸਨੂੰ ਕਿਹਾ ਕਿ ਤੂੰ ਉਸਦੇ ਕੋਲੋਂ ਸੁਨਮ ਜਿਹੜੀ ਨਿਵਾਸਣ ਆ ਅਭਿਸ਼ੇਕ ਉਹ ਮੰਗ। ਅੱਛਾ, ਦੋ ਚੀਜ਼ਾਂ ਦਾ ਇੱਥੇ ਧਿਆਨ ਰੱਖਣਾ। ਬੇਸ਼ੱਕ ਦਾਊਦ ਨੇ ਅਭਿਸ਼ੇਕ ਦੇ ਨਾਲ ਸੰਗ ਨਹੀਂ ਕੀਤਾ, ਪਰ ਫਿਰ ਵੀ ਉਸਨੇ ਉਸ ਸਮੇਂ ਦੇ ਵਿੱਚ, ਕਿਉਂਕਿ ਉਹ ਵੈਦ ਸੀ, ਇੱਕ ਵੈਦ ਸੀ, ਔਰ ਉਸਦਾ ਮੰਨਣਾ ਇਹ ਸੀ ਕਿ ਜਿਹੜਾ ਇੱਕ ਬੰਦਾ ਜਿਸ ਨੂੰ ਇੱਕ ਨੈਚੁਰਲ ਹਾਈਪੋਥਰਮੀਆ ਉਹਦੀ ਏਜ ਦੇ ਐਂਡ ਦੇ ਵਿੱਚ ਹੋ ਜਾਂਦਾ, ਉਹਨੂੰ ਤੁਸੀਂ ਜਿੰਨੀ ਮਰਜ਼ੀ ਹੀਟ ਲਾਈ ਜਾਓ ਉਸਨੂੰ ਉਹ ਹੀਟ ਨਹੀਂ ਮਿਲਦੀ, ਉਹ ਫਿਰ ਵੀ ਠੰਡ ਉਸਨੂੰ ਮਿਲਦੀ। ਸੋ ਉਸ ਦਾ ਉਹਨਾਂ ਦਿਨਾਂ ਦੇ ਵਿੱਚ ਕੋਈ ਸਾਡੇ ਵਾਂਗੂ ਹੀਟ ਪੈਡ ਥੋੜਾ ਹੁੰਦੇ ਸੀ। ਵੱਧ ਤੋਂ ਵੱਧ ਕਮਰੇ ਦੇ ਵਿੱਚ ਅੱਗ ਬਾਲ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਉਹ ਖੰਘ ਆਉਂਦੀ ਸੀ ਕਿਉਂਕਿ ਧੂਆਂ। ਸੋ ਉਸ ਦਿਨ ਇਹ ਕਿਹਾ ਕਿ ਇੱਕ ਸਰੀਰ ਅਗਰ ਦੂਜੇ ਸਰੀਰ ਨੂੰ ਆਪਣੀ ਹੀਟ ਦਏ ਤਾਂ ਫਿਰ ਉਸਨੂੰ ਉਹ ਹੀਟ ਪ੍ਰਾਪਤ ਹੋ। ਔਰ ਅਗਰ ਆਪੋਜ਼ਿਟਸ ਜਿੱਦਾਂ ਕਿ ਹੋਣ ਕਿ ਇੱਕ ਔਰਤ ਦੇ ਲਈ ਮਰਦ ਔਰ ਮਰਦ ਦੇ ਲਈ ਔਰਤ ਹੋਏ ਤਾਂ ਦੇयर इज अ ਨੈਚੁਰਲ ਪ੍ਰੋਸੈਸ਼ਨ। ਸੋ ਉਹ ਫਿਰ ਵੀ ਦਾਊਦ ਦੇ ਨਾਲ ਰਹਿ ਚੁੱਕੀ ਸੀ। ਸੋ ਉਹ ਦਾਊਦ ਦੀਆਂ ਦਾਸੀਆਂ ਦੇ ਵਿੱਚ ਨਹੀਂ ਸੀ ਆਉਂਦੀ, ਉਹ ਦਾਊਦ ਦੀਆਂ ਰਖੈਲਾਂ ਚ ਆਉਂਦੀ ਸੀ। ਸੋ ਦਾਊਦ ਦੀ ਰਖੈਲ ਦੇਣ ਦਾ ਮਤਲਬ ਇਹ ਆ ਕਿ ਉਸ ਨੂੰ ਉਹਦੇ ਸਿੰਘਾਸਨ ਦਾ ਇੱਕ ਹਿੱਸਾ ਦਿਆ। ਜੋਆਬ ਇਸ ਚੀਜ਼ ਨੂੰ ਜਾਣਦਾ। ਜੋਆਬ ਅਭਿਸ਼ੇਕ ਨੂੰ ਔਰ ਅਦੋਨਿਆ ਨੂੰ ਰੱਥ ਤੇ ਬਿਠਾ ਕੇ ਸਾਰੀ ਦੁਨੀਆ ਨੂੰ ਦਿਖਾ ਸਕਦਾ ਕਿ ਦਾਊਦ ਮਰਦਾ ਹੋਇਆ ਆਪਣੀ ਜਿਹੜੀ ਉਸਦੀ ਫੇਵਰਟ ਰਖੇਲ ਸੀਗੀ ਉਹ ਅਦੋਨਿਆ ਨੂੰ ਦੇ ਗਿਆ। ਸੋ ਉਹ ਅਸਲ 'ਚ ਇਹ ਚਾਹੁੰਦਾ ਸੀ ਕਿ ਅਦੋਨਿਆ ਰਾਜਾ ਬਣੇ। ਇਹ ਬੈਤਸ਼ੀਬਾ ਦੀ ਚਲਾਕੀ ਸੀ ਕਿ ਉਸਨੇ ਆਪਣੇ ਪੁੱਤਰ ਨੂੰ ਰਾਜਾ ਬਣਾਤਾ। ਨਾ ਯਾਦ ਰੱਖੋ, ਸਿਰਫ ਉਸਦੀ ਉਮਰ 19 ਸਾਲ ਦੀ ਹੈ ਇਸ ਵੇਲੇ ਸੁਲੇਮਾਨ ਦੀ। ਮਸੀਹ ਦੇ ਆਉਣ ਤੋਂ 1004 ਸਾਲ ਪਹਿਲਾਂ ਉਹ ਪੈਦਾ ਹੋਇਆ ਔਰ ਹੁਣ 985 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ। ਸੋ 15 ਸਾਲ ਇਹ, 4 ਸਾਲ ਉਹ, ਅਗਰ ਅਸੀਂ ਐਡ ਕਰ ਲਈਏ ਤੇ 19 ਸਾਲ ਦੀ ਉਮਰ ਬਣਦੀ ਹੈ। ਸੈਮੂਅਲ ਨੂੰ 19ਵਾਂ ਸਾਲ ਲੱਗਾ ਹੈ। ਉਹਦੀ ਦਾੜੀ ਦੂੜੀ ਆਉਣੀ ਸ਼ੁਰੂ, ਜਿੱਦਾਂ ਉਹ ਦਾੜੀ ਦੂੜੀ ਉਹਦੇ ਆ ਗਈ। ਤੁਹਾਡੇ ਵਿੱਚ ਜਿਹੜੇ ਬੇਟੇ ਆ 19 20 ਸਾਲ ਦੇ, ਤੁਸੀਂ ਉਹਨਾਂ ਨੂੰ ਦੇਖ ਸਕਦੇ। ਬਸ ਇਹੀ ਉਮਰ। ਲੇਕਿਨ ਪ੍ਰਭੂ ਨੇ ਹੁਣ ਉਸਨੂੰ ਕਰੇਜ ਦਿੱਤਾ ਔਰ ਇਸ ਚੀਜ਼ ਨੂੰ ਸਮਝਦਾ ਕਿ ਜੋਆਬ ਤੇ ਪ੍ਰੋਹਤ ਤੇ ਅਦੋਨਿਆ ਨੇ ਇੱਕ ਨਵੀਂ ਚਾਲ ਹੁਣ ਸ਼ੁਰੂ ਕੀਤੀ। ਇਹਨਾਂ ਦੀ ਪਹਿਲੀ ਚਾਲ ਫੇਲ ਹੋ ਗਈ, ਨਵੀਂ ਸ਼ੁਰੂ ਕੀਤੀ। ਪ੍ਰੋਹਤ ਨੂੰ ਤਾਂ ਮਾਰ ਨਹੀਂ ਸਕਦਾ। ਪ੍ਰੋਹਤ ਨੂੰ ਵੱਧ ਤੋਂ ਵੱਧ ਸਜ਼ਾ ਇਹ ਦਿੱਤੀ ਜਾ ਸਕਦੀ ਕਿ ਉਸਨੂੰ ਕੱਢ ਦਿੱਤਾ ਜਾਏ, ਉਸਨੂੰ ਉਸਦੀ ਪ੍ਰੋਹਤਾਈ ਸੇਵਾ ਲੈ ਲਈ ਜਾਏ ਔਰ ਉਸਨੂੰ ਵਾਪਸ ਉਸਦੇ ਟੱਬਰ ਦੇ ਵਿੱਚ ਘੱਲ ਦਿੱਤਾ ਜਾਏ ਔਰ ਉਸਦੀਆਂ ਜਿਹੜੀਆਂ ਜ਼ਰੂਰਤਾਂ ਰਾਜ ਪਰਿਵਾਰ ਦੇ ਵੱਲੋਂ ਆਉਂਦੀਆਂ ਉਹ ਬੰਦ ਕਰ ਦਿੱਤੀਆਂ ਜਾਣ। ਜੋ ਲੋਕਲ ਲੋਕਾਂ ਨੇ ਉਸਨੂੰ ਦਾਣੇ ਦੇਣੇ ਆ, ਭੇਡ ਦੇਣੀ ਆ, ਉਹ ਦੇਣਾ, ਬਸ ਉਹਦਾ ਉੱਥੇ ਤੱਕ ਹੀ ਸਥਾਪਿਤ ਰਹਿ ਜਾਂਦਾ। ਪਰ ਜਿਹੜਾ ਇੱਕ ਅਹੁਦਾ, ਵੱਡਾ ਅਹੁਦਾ ਆ, ਉਹ ਜਾਂਦਾ ਹੈ। ਪਰ ਯੋਆਬ ਇੱਕ ਸੈਨਾਪਤੀ ਹੈ। ਜਿੱਡਾ ਵੱਡਾ ਉਸਦਾ ਅਹੁਦਾ, ਓਡੀ ਵੱਡੀ ਉਸਦੀ ਸਜ਼ਾ। ਔਰ ਅਦੋਨਿਆ ਇੱਕ ਵਾਰ ਫਿਰ ਉਹੀ ਕੰਮ ਕਰ ਰਿਹਾ ਜਿਹੜਾ ਗਲਤ ਹੈ।
ਇਹ ਮੁਸੀਬਤ ਆ। ਔਰ ਸਾਨੂੰ ਐਕਸਟਰਾ ਬਿਬਲੀਕਲ ਸਟਫ ਇਹ ਦੱਸਦਾ ਕਿ ਅਬੀਸ਼ਗ ਉਸ ਤੋਂ ਬਾਅਦ ਕਾਫੀ ਸਮੇਂ ਤੱਕ ਜਰੂਸਲਮ ਦੇ ਵਿੱਚ ਰਹੀ। ਸਾਰਾ ਸੁਲੇਮਾਨ ਦਾ ਰਾਜ ਦੇ ਵਿੱਚ ਜਿੱਦਾਂ ਜਰੂਸਲਮ ਦੇ ਵਿੱਚ ਰਹੀ, ਉਸ ਦਾ ਵਿਆਹ ਹੋ ਗਿਆ, ਸਾਰਾ ਕੁਝ ਹੋ ਗਿਆ, ਲੇਕਿਨ ਉਹ ਬੇਸਿਕਲੀ ਵੈਦ ਦਾ ਕੰਮ ਕਰਦੀ ਸੀ। ਜਿੰਨੇ ਵੀ ਵੈਦ ਸੀ ਉਸ ਦੇ ਨਾਲ, ਉਹਨਾਂ ਦੇ ਨਾਲ ਉਹ ਕੰਮ ਕਰਦੀ ਸੀ ਔਰ ਉਹ ਉਹਨਾਂ ਦੇ ਵਿੱਚ ਰਹਿੰਦੀ ਸੀ। ਪਰ ਇੱਥੇ ਦਾਊਦ ਦੇ ਪੁੱਤਰ ਦਾ ਮਰਨਾ ਜ਼ਰੂਰੀ ਹੈ, ਇੱਥੇ ਅਦੋਨਿਆ ਦਾ ਮਰਨਾ ਜ਼ਰੂਰੀ। ਸੋ ਇਸ ਕਰਕੇ ਉਸਨੇ ਕਿਹਾ, ਔਰ ਮਾਂ ਨੇ ਵੀ ਉਸਦਾ ਟੈਸਟ ਲਿਆ। ਮਾਂ ਨੇ ਉਸਨੂੰ ਇਹ ਨਹੀਂ ਕਿਹਾ ਕਿ ਤੂੰ ਅਦੋਨਿਆ ਨੂੰ ਮਾਰ ਦੇ, ਉਹਨੇ ਵੀ ਟੈਸਟ ਲਿਆ ਉਹਦਾ, ਕਿਉਂਕਿ ਉਸਨੂੰ ਰਾਜ ਦੀਆਂ ਚੀਜ਼ਾਂ ਸਿਖਾਈਆਂ ਗਈਆਂ। ਉਸਦੇ ਆਲੇ ਦੁਆਲੇ ਦਾਊਦ ਉਸਨੂੰ ਸਿਖਾ ਰਿਹਾ ਕਿ ਆਪਣੇ ਦੁਸ਼ਮਣ ਨੂੰ ਕਿੱਦਾਂ ਪਹਿਚਾਨਣਾ, ਆਪਣੇ ਦੋਸਤ ਨੂੰ ਕਿੱਦਾਂ ਪਹਿਚਾਨਣਾ, ਆਪਣੇ ਕਿਹੜੇ ਲੋਕਾਂ ਦੇ ਨਾਲ ਕਿੱਦਾਂ ਟਰੀਟ ਕਰਨਾ, ਉਸਨੂੰ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ। ਮਾਂ ਉਸਨੂੰ ਪ੍ਰਭੂ ਦੇ ਵੱਲ ਉਸਦਾ ਧਿਆਨ ਲਾ ਰਹੀ ਆ। ਨੇਥਨ ਨਬੀ ਬਾਕੀ ਦੀਆਂ ਚੀਜ਼ਾਂ ਵੱਲ ਉਹਦਾ ਧਿਆਨ ਲਾ ਕੇ ਰਿਹਾ। He's a well-read man, he's a well-educated man। ਦੁਨਿਆਵੀ ਤੌਰ ਤੇ ਉਸਨੂੰ ਪੂਰਾ ਸਿਖਾ ਦਿੱਤਾ ਗਿਆ। ਉਹਨੂੰ ਦੁਨਿਆਵੀ ਤੌਰ ਤੇ ਉਸਨੂੰ ਜਿੰਨੀ ਸਿੱਖਿਆ ਚਾਹੀਦੀ ਉਸਨੂੰ ਮਿਲ ਗਈ, ਬੇਸ਼ੱਕ ਉਸਦੀ ਉਮਰ 19 ਸਾਲ। ਤੇ ਉਸਨੇ ਕਿਹਾ, ਮਾਂ ਨੂੰ ਕਿਹਾ ਕਿ ਬਹੁਤ ਸੋਹਣੀ ਗੱਲ ਆ, ਤੂੰ ਉਸਦੇ ਲਈ ਅਵਿਸ਼ਕਤਾ ਮੰਗ ਲਈ ਹੈ, ਤੂੰ ਰਾਜ ਕਿਉਂ ਨਹੀਂ ਮੰਗ ਲਿਆ? ਮੈਨੂੰ ਪਤਾ ਯੋਆਬ ਉਹਦੇ ਨਾਲ ਆ, ਮੈਨੂੰ ਪਤਾ ਪ੍ਰੋਹਤ ਅਬਿਆਸਾ ਉਸਦੇ ਨਾਲ ਆ, ਤੂੰ ਰਾਜ ਹੀ ਮੰਗ ਲਾ, ਕੰਮ ਹੀ ਖਤਮ ਕਰ। ਮੈਂ ਤੈਨੂੰ ਇੱਕ ਚੀਜ਼ ਹੁਣ ਦੱਸਦਾ, ਮੇਰੇ ਪ੍ਰਭੂ ਪਰਮੇਸ਼ਵਰ ਨੇ ਜਿਸਨੇ ਮੈਨੂੰ ਇਹ ਰਾਜ ਦਿੱਤਾ, ਔਰ ਮੇਰੇ ਬਾਪ ਨੇ ਜਿਸਨੇ ਮੈਨੂੰ ਇਹ ਰਾਜ ਦਿੱਤਾ, ਮੈਨੂੰ ਉਸਦੀ ਸੌਂ। ਉਸਨੇ ਮੈਨੂੰ ਕਿਹਾ ਸੀ ਤੂੰ ਆਪਣੇ ਰਸਤੇ ਸਾਫ਼ ਕਰੀ, ਔਰ ਹੁਣ ਮੈਂ ਉਹ ਰਸਤੇ ਸਾਫ਼ ਕਰਨ ਜਾ ਰਿਹਾ। ਔਰ ਉਸਨੇ ਯਹੋਜਾਦਾ ਨੂੰ ਕਿਹਾ ਕਿ ਜਾ ਕੇ ਤੂੰ ਅਦੋਨਿਆ ਨੂੰ ਮਾਰ ਦੇ। ਸਾਨੂੰ ਐਕਚੁਅਲੀ ਜਿਹੜਾ ਇਤਿਹਾਸ ਇਹ ਦੱਸਦਾ ਕਿ ਜਿਸਲੇ ਯਹੋਜਾਦਾ ਗਿਆ ਔਰ ਉਸਨੇ ਜਾ ਕੇ ਅਦੋਨਿਆ ਨੂੰ ਬਾਹਰ ਕੱਢਿਆ, ਅਦੋਨਿਆ ਉਸਦੇ ਮੂਹਰੇ ਦੌੜਾ ਤੇ ਲੋਕਾਂ ਨੇ ਪੱਥਰ ਮਾਰ ਕੇ ਉਸਨੂੰ ਮਾਰ ਦਿੱਤਾ ਸੀ, ਤਾਂ ਕਿ ਉਸਦੀ ਇਹ ਸਟੇਟਮੈਂਟ ਗਲਤ ਹੋਵੇ ਕਿ ਇਜ਼ਰਾਈਲੀ ਲੋਕਾਂ ਨੇ ਮੈਨੂੰ ਸਵੀਕਾਰ ਕਰ ਲਿਆ ਸੀ। ਲੋਕਾਂ ਨੇ ਪੱਥਰ ਮਾਰ ਕੇ ਮਾਰਤਾ ਸੀ। ਉਹਨੇ ਸਿਰਫ ਅਖੀਰ ਦੇ ਵਿੱਚ ਜਾ ਕੇ ਕਿ ਸਹਿਕਦਾ ਨਾ ਰਹੇ ਤਾਂ ਉਸ ਦਾ ਬਸ ਅੰਤ ਕੀਤਾ ਸੀ, ਉਸ ਦਾ ਸਿਰਫ ਅੰਤ ਕੀਤਾ ਸੀ। ਔਰ ਹੁਣ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਇੱਕ ਅਬਿਆਥਾਰ ਜਿਹੜਾ ਇੱਕ ਸੀਗਾ ਪ੍ਰੋਹਤ, ਜਿਸ ਨੂੰ ਉਹਨਾਂ ਨੇ ਇਹ ਕਿਹਾ ਸੀ ਕਿ ਤੈਨੂੰ ਮਹਾ ਪ੍ਰੋਹਤ ਬਣਾ ਦਿਆਂਗੇ ਔਰ ਤੂੰ ਅਦੋਨਿਆ ਨੂੰ ਅਨੋਇੰਟ ਕਰੀ। ਹੁਣ ਦੂਜਾ ਕੈਰੈਕਟਰ ਉਹ, ਹੁਣ ਉਸਦੀ ਵਾਰੀ ਆਈ। ਸੋ ਕੋਈ ਜਣਾ 26 ਤੋਂ ਲੈ ਕੇ 26-27 ਆਇਤ ਪੜ੍ਹਦੇ। ਅਬਿਆਥਾਰ ਨੂੰ ਦੇਸ਼ ਨਿਕਾਲਾ ਮਿਲਣਾ। ਤਦ ਰਾਜਾ ਸੁਲੇਮਾਨ ਨੇ ਅਬਿਆਥਾਰ ਨੂੰ ਕਿਹਾ, ਤੂੰ ਆਪਣੇ ਦੇਸ਼ ਨੂੰ ਆਪਣੇ ਘਰ ਚਲਾ ਜਾ, ਤੂੰ ਮੌਤ ਦੀ ਸਜ਼ਾ ਦੇ ਯੋਗ ਹੈ, ਪਰ ਮੈਂ ਤੈਨੂੰ ਮੌਤ ਦੀ ਸਜ਼ਾ ਨਹੀਂ ਦੇਵਾਂਗਾ, ਕਿਉਂਕਿ ਤੂੰ ਮੇਰੇ ਪਿਤਾ ਦੇ ਜਿਉਂਦਿਆਂ ਪ੍ਰਭੂ ਦੇ ਪਵਿੱਤਰ ਨੇਮ ਦੇ ਸੰਦੂਕ ਦੀ ਸੇਵਾ ਕੀਤੀ ਹੈ। ਤੂੰ ਮੇਰੇ ਪਿਤਾ ਦੇ ਨਾਲ ਦੁੱਖ ਵੀ ਸਹੇ ਹਨ। ਸੋ ਸੁਲੇਮਾਨ ਨੇ ਅਬਿਆਥਾਰ ਨੂੰ ਪ੍ਰਭੂ ਦੀ ਪ੍ਰੋਹਤਾਈ ਦੇ ਸੇਵਾ ਤੋਂ ਹਟਾ ਦਿੱਤਾ ਅਤੇ ਇਸ ਤਰ੍ਹਾਂ ਉਸਨੇ ਪ੍ਰਭੂ ਦਾ ਉਹ ਵਚਨ ਪੂਰਾ ਕੀਤਾ ਜੋ ਉਸਨੇ ਸ਼ਿਲੋਹ ਵਿੱਚ ਏਲੀ ਦੇ ਟੱਬਰ ਬਾਰੇ ਕਿਹਾ ਸੀ। ਆਮੀਨ। ਸੋ ਕਿਉਂਕਿ ਇਹ ਏਲੀ ਦੇ ਟੱਬਰ ਦਾ ਇੱਕ ਬੰਦਾ ਸੀ ਜਿਹੜਾ ਦੌੜ ਕੇ ਆਇਆ ਸੀ। ਤੁਹਾਨੂੰ ਪਤਾ ਜਦੋਂ ਦਾਊਦ ਉਜਾੜ ਦੇ ਵਿੱਚ ਸੀਗਾ ਤਾਂ ਅਬਿਆਸਾਰ ਦੌੜ ਕੇ ਆਇਆ ਸੀ ਦਾਊਦ ਦੇ ਕੋਲ ਕਿ ਉਸਨੇ ਸਾਰਾ ਪਰਿਵਾਰ ਮਾਰ ਦਿੱਤਾ। ਤਾਂ ਉਸਨੇ ਕਿਹਾ ਠੀਕ ਆ, ਤੂੰ ਏਲੀ ਦੇ ਟੱਬਰ ਦਾ ਆ, ਤੇਰਾ ਬਾਕੀ ਦਾ ਪਰਿਵਾਰ ਮਰ ਚੁੱਕਾ ਆ, ਤੂੰ ਮੇਰੇ ਨਾਲ ਰਹਿ। ਸੋ ਅਬਿਆਸਾਰ ਸ਼ੁਰੂ ਤੋਂ ਦਾਊਦ ਦੇ ਨਾਲ ਸੀ ਔਰ ਯੋਆਬ ਦੇ ਵਾਂਗੂ ਆਖਰੀ ਸਮੇਂ ਦੇ ਵਿੱਚ ਆ ਕੇ ਉਸਨੇ ਦਾਊਦ ਨੂੰ ਧੋਖਾ ਦਿੱਤਾ।
ਸਭ ਨੂੰ ਪਤਾ ਸੀ ਕਿ ਦਾਊਦ ਨੇ ਰਾਜਾ ਸੁਲੇਮਾਨ ਨੂੰ ਹੋਣ ਦੇ ਵਿੱਚ, ਪਰ ਸਭ ਨੂੰ ਪਤਾ ਸੀ ਕਿ ਸੁਲੇਮਾਨ ਨੇ ਸਾਡਿਆਂ ਤਰੀਕਿਆਂ ਦੇ ਨਾਲ ਕੰਮ ਨਹੀਂ ਕਰਨਾ। ਸਾਨੂੰ ਸੁਲੇਮਾਨ ਨੇ, ਸਾਡੇ ਕੋਲੋਂ ਸੁਲੇਮਾਨ ਨੇ ਡਰਨਾ ਨਹੀਂ। ਸੁਲੇਮਾਨ ਨੇ ਇੱਕ ਪੂਰੇ ਅਧਿਕਾਰ ਦੇ ਨਾਲ ਰਾਜ ਕਰਨਾ, ਪਰ ਅਗਰ ਅਦੋਨੀਆ ਬਣ ਗਿਆ ਤਾਂ ਫਿਰ ਅਸੀਂ ਉਹਨੂੰ ਆਪਣੀਆਂ ਉਂਗਲੀਆਂ ਤੇ ਨਚਾ ਸਕਦੇ। ਉਹਨੂੰ ਅਸੀਂ ਜੋ ਕਹਿਣਾ ਉਹ ਕਰ ਲਊਗਾ। ਪਰ ਸੁਲੇਮਾਨ ਦੇ ਨਾਲ ਇਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ, ਕਿਉਂਕਿ ਸੁਲੇਮਾਨ ਦੇ ਨਾਲ ਹਾਲੇ ਵੀ ਨਥਾਨ ਨਬੀ ਹੈ। ਸੋ ਨਬੂਅਤ ਉਸ ਦੇ ਨਾਲ, ਔਰ ਉਸ ਦੀ ਮਾਂ ਇੱਕ ਸਟਰੋਂਗ ਔਰਤ ਹੈ ਜੋ ਪ੍ਰਭੂ ਨੂੰ ਪਿਆਰ ਕਰਦੀ ਔਰ ਪ੍ਰਭੂ ਤੋਂ ਡਰਦੀ। ਸੋ ਸਾਡੀਆਂ ਕਮੀਨੀਆਂ ਜਿਹੜੀਆਂ ਚਾਲਾਂ ਆ ਉਹ ਸੁਲੇਮਾਨ ਦੇ ਨਾਲ ਨਹੀਂ ਚੱਲ। ਸੋ ਇਹ ਜਿਹੜੇ ਪੁਰਾਣੇ ਖੁੰਡ ਸੀਗੇ, ਜਿਹੜੇ ਦਾਊਦ ਦੇ ਮਰਨ ਤੋਂ ਬਾਅਦ ਇੱਕ ਐਸਾ ਰਾਜਾ ਮੰਗਦੇ ਸੀਗੇ ਕਿ ਜਿਹੜਾ ਗੱਦੀ ਤੇ ਬੈਠੇ ਪਰ ਕੰਮ ਉਹਨਾਂ ਦੇ ਕਰੇ, ਕੰਮ ਉਹਨਾਂ ਦੇ ਅਨੁਸਾਰ ਕਰੇ, ਮੂੰਹ ਉਹਦਾ ਹੋਵੇ, ਬੋਲਣ ਉਹ, ਹੁਕਮ ਉਹਨਾਂ ਦੇ ਹੋਣ, ਦੇਵੇ ਉਹ। ਇਹ ਉਹ ਮੰਗਦੇ ਸੀ। ਲੇਕਿਨ ਅਸੀਂ ਇਹ ਦੇਖਿਆ ਕਿ ਦਾਊਦ ਨੇ ਕਿੰਨੀ ਭਲਾਈ ਹਥਿਆਰ ਦੇ ਨਾਲ ਕੀਤੀ, ਕਿੰਨੀ ਭਲਾਈ ਉਸਨੇ ਇਸ ਨੂੰ ਦਿੱਤੀ, ਲੇਕਿਨ ਅੰਤ ਦੇ ਵਿੱਚ ਉਸਨੇ ਵੀ ਦਾਊਦ ਨੂੰ ਦੁੱਖ। ਪਰ ਸੁਲੇਮਾਨ ਨੇ ਇਹ ਚੀਜ਼ ਕਹੀ, ਤੂੰ ਪ੍ਰਭੂ ਦੀ ਬੇਟੀ ਦੀ ਸੇਵਾ ਕੀਤੀ, ਤੂੰ ਆਪਣੇ ਵਾਪਸ ਚਲਾ ਜਾ, ਸ਼ਿਲੋ ਚ ਵਾਪਸ ਚਲਾ ਜਾ, ਔਰ ਉੱਥੇ ਸ਼ਿਲੋ ਦੇ ਲੋਕ ਹੀ ਹੁਣ ਤੈਨੂੰ ਸਜ਼ਾ ਦੇਣਗੇ। ਤੂੰ ਬੇਦੀ ਦੀ ਸੇਵਾ ਕੀਤੀ, ਤੂੰ ਮੇਰੇ ਬਾਪ ਦੇ ਨਾਲ ਉਸ ਸਮੇਂ ਤੁਰਿਆ, ਉਹ ਔਖਾ ਸਮਾਂ ਸੀ ਉਸਦਾ। ਪ੍ਰਭੂ ਦੀ ਆਵਾਜ਼ ਤੇਰੇ ਰਾਹੀਂ ਮੇਰੇ ਬਾਪ ਨੂੰ ਮਿਲੀ ਜਦੋਂ ਦੁੱਖ ਦੇ ਵਿੱਚ ਸੀ। ਮੈਂ ਤੇਰੀ ਜਾਨ ਨਹੀਂ ਲਊਂਗਾ, ਮੈਂ ਤੇਰੇ ਬੱਚਿਆਂ ਦੀ ਜਾਨ ਨਹੀਂ ਲਊਂਗਾ, ਮੈਂ ਤੇਰੇ ਟੱਬਰ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਪਰ ਇਹ ਪ੍ਰੋਤਾਈ ਦੀ ਸੇਵਾ ਤੇਰੇ ਕੋਲ। ਏਲੀ ਤੋਂ ਖੋ ਕੇ ਪ੍ਰਭੂ ਨੇ ਪ੍ਰੋਤਾਈ ਦੀ ਸੇਵਾ ਸੈਮੂਅਲ ਨੂੰ ਦੇ ਦਿੱਤੀ ਸੀ। ਸੈਮੂਅਲ ਤੋਂ ਬਾਅਦ ਉਹਦੇ ਪੁੱਤਰਾਂ ਨੂੰ ਨਹੀਂ ਗਈ, ਵਾਪਸ ਏਲੀ ਦੇ ਪਰਿਵਾਰ ਚ ਆ ਗਈ, ਔਰ ਅੰਤ ਇਸ ਵਿਸ਼ਵਾਸਘਾਤ ਤੋਂ ਬਾਅਦ ਉਹ ਸੇਵਾ ਸਦਾ ਦੇ ਲਈ ਏਲੀ ਦੇ ਪਰਿਵਾਰ ਚ ਜਾਂਦੀ। ਧਾਰਮਿਕਤਾ ਨੂੰ ਕਦੀ ਵੀ, ਪ੍ਰਭੁਤਾ ਨੂੰ ਕਦੀ ਵੀ ਪੋਲਿਟਿਕਸ ਦੇ ਲਈ ਯੂਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਪੋਲਿਟਿਕਸ 'ਚ ਤੁਹਾਡੀ ਵਿਕਟਰੀ ਨਹੀਂ ਹੋਣੀ, ਔਰ ਪ੍ਰਭੁਤਾ ਤੋਂ ਤੁਸੀਂ ਜਾਂਦੇ ਰਹੋ। ਔਰ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਅਬਿਆਥਾਰ ਨੂੰ ਨਾ ਤਾਂ ਇਸ ਵੇਲੇ ਕੋਈ ਪੋਲੀਟੀਕਲ ਜਿੱਤ ਮਿਲੀ ਆ, ਔਰ ਪ੍ਰੋਤਾਈ ਤੋਂ ਉਹ ਸਦਾ ਲੈ ਜਾਂਦਾ ਹੈ, ਸਦਾ ਲਈ। ਔਰ ਉਹਦਾ ਜਿਉਂਦੇ ਰਹਿਣਾ ਮਰਿਆਂ ਤੋਂ ਵੀ ਘਟੀਆ, because he's gonna die every day now। ਹਰ ਰੋਜ਼ ਇਸ ਲਈ ਉਸਨੇ ਸਵੇਰੇ ਉੱਠਣਾ, ਉਸਨੂੰ ਉਹ ਚੀਜ਼ ਯਾਦ ਆਉਣੀ ਹੈ ਕਿ ਮੈਂ ਮਹਾਪੁਰਖ ਸੀ, ਮੈਂ ਲੋਕਾਂ ਦੀਆਂ ਬਲੀਆਂ ਲੈ ਕੇ ਜਾਂਦਾ ਸੀ, ਮੈਂ ਪ੍ਰਭੂ ਦੇ ਅੱਗੇ ਧੂਫ ਦਿਖਾਉਂਦਾ ਸੀ, ਮੇਰੇ ਕੋਲ ਇੱਕ ਬਰਕਤ ਸੀ ਜੋ ਅੱਜ ਮੇਰੇ ਕੋਲ ਹੈ। ਇਸ ਲਈ ਉਸਨੇ ਉਹ ਮੰਦਿਰ ਬਣਦਾ ਦੇਖਣਾ, ਤੇ ਉਸ ਦੀ ਜਗ੍ਹਾ ਬਣਨੀ ਸੀ ਇੱਕ ਮਹਾਪੁਰਖ ਦੇ ਤੌਰ ਦੇ ਉੱਤੇ
कि प्रभु दी ਉਹ महान यात्रा तंबू तो मंदिर तक लैके जाए, प्रभु दी महान बेदी वो तंबू तो चुक के वो आर्क ऑफ कॉवेनेंट, वो संदूक मंदिर दे विच जाके रखे, उसनूं प्राप्त। सो क्योंकि वो ही became political, he lost everything. He lost everything. कल नूं असीं योआब दी मौत देखांगे, एक ऐसा सेनापति जिसनूं इन्ना माण मिलिया, जिसनूं योआब सुत्तियां जागदियां, अपने सुत्तियां भी जिस ते विश्वास करदा सी और जागदियां भी विश्वास करदा सी। और जिसले उसने कुछ ही हरकत अंत दे विच कीती ते उसने पहला सारा मान गुआरिया। इट इज नॉट, हमेशा याद रखो, इट इज नॉट हाउ वेल यू स्टार्टेड, इट इज नॉट हाउ वेल you did your job, it is how well you ended. ਇਹ ਨਹੀਂ ਹੁੰਦਾ ਕਿ ਤੁਸੀਂ ਕਿੰਨਾ ਵਧੀਆ ਸ਼ੁਰੂ ਕੀਤਾ ਤੇ ਕਿੰਨਾ ਵਧੀਆ ਕੰਮ ਕੀਤਾ, ਪਰ ਤੁਸੀਂ ਅੰਤ ਕਿੱਦਾਂ ਕੀਤਾ, ਕਿੰਨਾ ਵਧੀਆ ਅੰਤ ਸੀ। ਇਹ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਮੇਰੀ ਦੁਆ ਇਹ ਹੋਈ ਹੈ ਕਿ ਜਿੰਨੇ ਭੈਣ ਭਰਾ ਸਾਡੇ ਨਾਲ ਜੁੜਦੇ ਆ, प्यारे प्रभु तेरा शुक्र करते हैं समय दे लई, तेरी दया दे लई, तेरे प्यार दे लई, तेरी महानता दे लई। खुदावंद असीं तेरा शुक्र करते कि असीं दाऊद दे विच एक कंपैशन देखते पे, उहदे पुत्र दे विच एक कंपैशन देखते पे, एक दया देखते पे, और तेरा शुक्र करते हैं खुदावंद तो किस तरह साडियां संतानां नूं बरकत दिंदा। प्यारे प्रभु अज दा दिन असीं तेरियां हत्थां च दिन्ने आ, बुरे और बुराई तो सानू बचा के रखी, अपनी नजदीकी दे विच बना के रखी प्रभु यीशु मसीह दे मिठे और प्यारे नाम च। और सारे भैन भरा कहण आमीन। ब्लैस यू। कल नूं मिलांगे और कल नूं आपां योआब दे बारे देखांगे और उस तो बाद फिर आपां शुरू होवांगे सुलेमान नूं बुद्धि मिलना, और फिर जिहड़ी बुद्धि दे विच प्रभु ने उहनूं चीजां सिखाईयां फिर असीं कहावतां दी पोथी च। ब्लैस यू।